वाहिगुरु जी का खालसा वाहिगुरु जी की फतेह। साध संगत जी, आप जी दोपहर की इस क्लास च जुड़ चुके हो। इतिहास की क्लास है। थोड़ा जिहा जरूरी काम होने करके आपां क्लास का टाइम थोड़ा चेंज किया है, 12:15 का रखा है, क्योंकि गुरुद्वारे वाले बाबा जी जो ग्रंथी सिंह जी हैं वो छुट्टी गए ने, उहदा करके थोड़ा उन्हां दी भी ड्यूटी सामभनी पैंदी है, तां करके। सो साध संगत आपां क्लास शुरू की सी कि महान सिख शख्सियतां जिन्हां दे विचों आपां बाबा बुड्ढा जी की गल कर चुके हैं। बाबा बुड्ढा जी का सारा जीवन आपां वाचिया। हुण साध संगत अज जिहड़े शख्सियत है उन्हां दा नाम है भाई गुरदास जी। भाई गुरदास जी नूं आप बहुत चंगी तरह जानते हो, जिन्हां ने धन श्री गुरु ग्रंथ साहिब जी की जिहड़ी है वो साध संगत बीड़ अपने हत्थीं लिखी है। आदि बीड़ जो गुरु अर्जन देव पातशाह ने लिखवाई है, ते भाई गुरदास जी ने जिन्हों लिखिया है, जो आप जी अपनी स्क्रीन ते तस्वीर देख रहे हो, ये वही तस्वीर है रामसाल सरोवर के कंढे के उत्ते धन गुरु अर्जन देव महाराज जी भाई गुरदास जी पासों आदि ग्रंथ की बीड़ लिखवा रहे हैं, ते नेड़े भाई बन्नो जी बैठे हैं। ते साध संगत भाई गुरदास जी के जीवन बारे आपां जे चर्चा करिए ते इन्हां नूं साध संगत पहले गुरबाणी के व्याख्याकार होने का भी मान जिहड़ा मिलिया है। गुरबाणी के पहले व्याख्याकार भाई गुरदास जी हैं, जिन्हां दीयां वारां ते कवित सानूं मिलदे आ। ते इन्हां वारां ते कवितां दे अंदर गुरु ग्रंथ साहिब जी के जिहड़े शब्द हैं उन्हां नूं आधार बना के बड़ी सोहनी ढंग दे नाल उदाहरणां दे के भाई गुरदास जी ने सानूं समझाया है। सो इन्हां दा समुच्चा जीवन आपां विचारीए ते भाई गुरदास जी का जिहड़ा जन्म है साध संगत 1552 25 अगस्त 1636 ईस्वी का है। जिहड़ी तरीक है उम्मीद पता नहीं है, पर सन जिहड़ी 1553 बनती है। 1543 ਜਾਂ 53 ਦੇ ਵਿਚਕਾਰ ਜੇ ਕਹਿੰਦੇ ਕਿ ਇਹਨਾਂ ਦਾ ਜਨਮ ਪੰਜਾਬ ਦੇ ਪਿੰਡ ਗੋਇੰਦਵਾਲ ਵਿਖੇ ਹੋਇਆ ਸੀ। ਗੋਇੰਦਵਾਲ ਵਿਖੇ ਇਹਨਾਂ ਦਾ ਜਨਮ ਹੋਇਆ ਸੀ। ਗੋਇੰਦਵਾਲ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੇ ਆਪ ਆਬਾਦ ਕੀਤਾ ਸੀ, ਤੇ ਇੱਥੇ ਹੀ ਇਹਦੇ ਵਿੱਚ ਹੀ ਜਿਹੜੇ ਸੀ ਪਿਤਾ ਦਤਾਰ ਚੰਦ ਭੱਲਾ, ਇਹਨਾਂ ਦੇ ਬਾਬਾ ਭਾਈ ਗੁਰਦਾਸ ਜੀ ਦੇ ਪਿਤਾ ਜੀ ਦਾ ਨਾਮ ਸੀ ਦਤਾਰ ਚੰਦ ਭੱਲਾ, ਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਜੀਵਾਨੀ, ਤੇ ਇਹਨਾਂ ਦੇ ਗ੍ਰਹਿ ਵਿਖੇ ਭਾਈ ਗੁਰਦਾਸ ਜੀ ਦਾ ਜਿਹੜਾ ਹੈ ਉਹ ਜਨਮ ਹੋਇਆ। ਤੇ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਲੱਗਦੇ ਸੀ, ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ ਰਿਸ਼ਤੇਦਾਰੀ ਦੇ ਵਿੱਚ। ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਲੱਗਦੇ ਸਨ। ਉਹਨਾਂ ਦੇ ਭਰਾ ਦਤਾਰ ਚੰਦ ਭੱਲਾ ਜੀ ਦੇ ਪੁੱਤਰ ਸਨ ਗੁਰੂ ਭਾਈ ਗੁਰਦਾਸ ਜੀ। ਜਦੋਂ ਭਾਈ ਗੁਰਦਾਸ ਜੀ 3 ਸਾਲ ਦੇ ਸਨ ਤੇ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ, ਤੇ ਜਦੋਂ 12 ਸਾਲ ਦੇ ਹੋਏ ਤੇ ਉਹਨਾਂ ਦੀ ਮਾਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਜਿਹੜੀ ਪਾਲਣਾ ਪੋਸ਼ਣਾ ਹੈ ਤੇ ਵਿਦਿਆ ਸੀ ਜਿਹੜੀ ਉਹ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਦੇ ਵਿੱਚ ਹੋਈ। ਸਾਰਾ ਕਾਰਜ ਉਹਨਾਂ ਦੀ ਨਿਗਰਾਨੀ ਦੇ ਵਿੱਚ ਵਿਚਰਦਿਆਂ ਹੋਇਆਂ ਹੀ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ, ਤਾਲੀਮ ਹਾਸਲ ਕੀਤੀ, ਤੇ ਗੁਰੂ ਘਰ ਦਾ ਉਹਨਾਂ ਨੂੰ ਪੂਰਾ ਰੰਗ ਜਿਹੜਾ ਹੈ ਉਹ ਗੁਰੂ ਅਮਰਦਾਸ ਜੀ ਦੇ ਵੇਲੇ ਚੜ ਗਿਆ ਸੀ। ਗੁਰੂ ਦੀ ਬਾਣੀ ਦੇ ਨਾਲ ਜੁੜਨਾ, ਬੰਦਗੀ ਕਰਨੀ ਉਹਨਾਂ ਦੇ ਜੀਵਨ 'ਚ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਸਿਖਾਤੀ ਸੀ। ਇਸ ਕਰਕੇ ਉਹ ਗੁਰੂ ਨੂੰ ਪੂਰੀ ਚੰਗੀ ਤਰ੍ਹਾਂ ਸਮਝਦੇ ਸਨ, ਗੁਰਮਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ। ਤੇ ਭਾਈ ਗੁਰਦਾਸ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸੀ, ਅਰਬੀ ਤੇ ਬ੍ਰਿਜ ਭਾਸ਼ਾ ਇਹਨਾਂ ਦਾ ਮੁਕੰਮਲ ਗਿਆਨ ਜਿਹੜਾ ਹੈ ਉਹ ਸਾਧ ਸੰਗਤ ਹਾਸਲ ਕੀਤਾ ਸੀ। ਭਾਈ ਗੁਰਦਾਸ ਜੀ ਨੇ ਭਾਸ਼ਾਵਾਂ ਦਾ ਗਿਆਨ ਇਹਨਾਂ ਕੋਲ ਕਾਫੀ ਸੀ। ਫਿਰ ਸਾਧ ਸੰਗਤ ਇਹ 1599 ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਕਰਨ ਦਾ ਇਹਨਾਂ ਨੇ ਬੜਾ ਕੀਮਤੀ ਯੋਗਦਾਨ ਪਾਇਆ। 1599 ਦੇ ਵਿੱਚ ਇਹਨਾਂ ਦੂਰ ਦਰੇਡੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਚੌਥੇ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਸਹਿਯੋਗ ਦੀ ਅਗਵਾਈ ਹੇਠ ਭਾਈ ਗੁਰਦਾਸ ਜੀ ਆਗਰਾ ਗਏ ਪ੍ਰਚਾਰ ਕਰਨ ਵਾਸਤੇ ਸਿੱਖੀ ਦਾ। ਆਗਰਾ, ਕਾਂਚੀ, ਲਖਨਊ, ਬੁਰਹਾਨਪੁਰ, ਰਾਜਸਥਾਨ, ਇੱਥੇ ਜਾ ਕੇ ਇਹਨਾਂ ਇਲਾਕਿਆਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਿੱਖੀ ਦਾ, ਗੁਰਮਤ ਦਾ ਪ੍ਰਚਾਰ ਜਿਹੜਾ ਹੈ ਉਹ ਕੀਤਾ। ਸੋ ਕਹਿਣ ਤੋਂ ਭਾਵ ਕਿ ਭਾਈ ਗੁਰਦਾਸ ਜੀ ਇੱਕ ਪ੍ਰਚਾਰਕ ਵੀ ਸਨ ਸਿੱਖੀ ਦੇ।
ਤੇ ਪ੍ਰਚਾਰ ਕਰਨ ਲਈ ਕਾਬਲ ਤੱਕ ਵੀ ਗਏ ਤੇ ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਸੰਗਤਾਂ ਨੇ ਇੱਕ ਗੁਰਦੁਆਰਾ ਵੀ ਬਣਾਇਆ ਹੈ ਜਿਹੜਾ ਅੱਜ ਵੀ ਮੌਜੂਦ ਹੈ। ਕਾਬਲ ਤੱਕ ਗਏ ਸਾਧ ਸੰਗਤ ਭਾਈ ਗੁਰਦਾਸ ਜੀ ਪ੍ਰਚਾਰ ਕਰਨ ਵਾਸਤੇ। ਜਦੋਂ ਗੁਰੂ ਰਾਮਦਾਸ ਮਹਾਰਾਜ 1581 ਜੋਤੀ ਜੋ ਸਮਾ ਗਏ ਸਨ, ਉਸ ਸਮੇਂ ਫਿਰ ਭਾਈ ਗੁਰਦਾਸ ਜੀ ਵਾਪਸ ਪੰਜਾਬ ਆ ਗਏ ਤੇ ਗੋਇੰਦਵਾਲ ਹੋ ਕੇ ਜਦੋਂ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਗਏ ਤੇ ਆਪ ਜੀ ਨੇ ਆਪਣਾ ਬਸੇਰਾ ਉੱਥੇ ਹੀ ਕਰ ਲਿਆ। ਫਿਰ ਪੱਕੇ ਤੌਰ ਤੇ ਜਦੋਂ ਵੇਖਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਹੁਣ ਇੱਥੇ ਟਿਕ ਗਏ ਆ ਅੰਮ੍ਰਿਤਸਰ ਦੀ ਧਰਤੀ ਤੇ, ਫਿਰ ਭਾਈ ਗੁਰਦਾਸ ਜੀ ਗੋਇੰਦਵਾਲ ਤੋਂ ਆਪ ਵੀ ਇੱਥੇ ਹੀ ਚਲੇ ਗਏ ਸਨ ਅੰਮ੍ਰਿਤਸਰ ਦੀ ਧਰਤੀ ਤੇ, ਉੱਥੇ ਹੀ ਆਪਣਾ ਬਸੇਰਾ ਕਰ ਲਿਆ ਤੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ 'ਚ ਜੁਟ ਗਏ। ਤੇ ਆਪ ਪੰਜਾਬੀ ਦੇ ਬੜੇ ਮਹਾਨ ਲੇਖਕ ਸੀ ਭਾਈ ਗੁਰਦਾਸ ਜੀ, ਇਤਿਹਾਸਕਾਰ ਸੀ, ਪ੍ਰਚਾਰਕ ਸਨ ਭਾਈ ਗੁਰਦਾਸ ਜੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਆਦਿ ਪੀਠ ਲਿਖੀ, ਪਹਿਲੀ ਪੀਠ ਜੋ ਗੁਰੂ ਅਰਜਨ ਦੇਵ ਜੀ ਨੇ ਰਚੀ ਸੀ ਤੇ ਪਹਿਲੇ ਲਿਖਾਰੀ ਜਿਹੜੇ ਸਨ ਉਹ ਭਾਈ ਗੁਰਦਾਸ ਜੀ ਨੂੰ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਗੁਰਦਾਸ ਜੀ ਪਹਿਲੇ ਵਿਆਖਿਆਕਾਰ ਹੋਏ ਆ ਤੇ ਪਹਿਲੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਇਹਨਾਂ ਨੂੰ ਕਿਹਾ ਜਾਂਦਾ। ਫਿਰ ਸਾਧ ਸੰਗਤ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦੇ ਉੱਤੇ 11 ਸਾਲ ਲੱਗੇ ਸਨ ਤੇ ਇਹਦੀ ਸੰਪੂਰਨਤਾ 1601 ਈਸਵੀ ਦੇ ਵਿੱਚ ਹੋਈ ਸੀ। ਤੇ ਉਹਨਾਂ ਨੇ ਭਾਈ ਹਰੀਆ, ਭਾਈ ਸੰਤਦਾਸ, ਭਾਈ ਸ਼ੁਕਲਾ ਤੇ ਭਾਈ ਮਨਸਾ ਰਾਮ ਦੀਆਂ ਲਿਖਤਾਂ ਨੂੰ ਵੀ ਸੇਧ ਦਿੱਤੀ ਸੀ। ਇਹ ਸਿੱਖਾਂ ਦੀਆਂ ਲਿਖਤਾਂ ਸਨ, ਉਹਨਾਂ ਨੂੰ ਸੋਧਿਆ ਸੀ। ਉਹ ਸੰਸਕ੍ਰਿਤ ਤੇ ਫਾਰਸੀ ਦੇ ਬੜੇ ਉੱਘੇ ਵਿਦਵਾਨ ਸਨ। ਉਹ ਸਿਰਫ ਸਿੱਖ ਸ਼ਾਸਤਰਾਂ ਦੇ ਪ੍ਰਚਾਰਕ ਹੀ ਨਹੀਂ ਸੀ ਬਲਕਿ ਚਲਦੇ ਫਿਰਦੇ ਇਨਸਾਈਕਲੋਪੀਡੀਆ ਸਨ। ਇਨਸਾਈਕਲੋਪੀਡੀਆ ਆਪਾਂ ਜਾਣਦੇ ਕੀ ਹੁੰਦਾ, ਜਿਹਦੇ ਕੋਲ ਸਾਰਾ ਗਿਆਨ ਹੋਵੇ। ਕਹਿਣ ਤੋਂ ਭਾਵ ਭਾਈ ਗੁਰਦਾਸ ਜੀ ਦੀ ਕੋਲ ਇੰਨਾ ਉਸ ਸਮੇਂ ਗਿਆਨ ਸੀ ਕਿ ਭਾਈ ਗੁਰਦਾਸ ਜੀ ਇਨਸਾਈਕਲੋਪੀਡੀਆ ਸਨ ਸਿੱਖੀ ਦਾ। ਕੋਈ ਵੀ ਗੱਲ ਉਹਨਾਂ ਤੋਂ ਪੁੱਛ ਲਿਆ, ਜਿਹੜਾ ਵੀ ਪੁੱਛਦਾ ਸੀ ਸਿੱਖ ਉਹ ਉਸੇ ਗੱਲ ਦਾ ਉਹ ਜਵਾਬ ਉਦਾਹਰਨ ਦੇ ਸਮਝਾ ਕੇ ਤੇ ਸਿੱਖ ਦਾ ਸ਼ੰਕਾ ਨਿਵਰਤ ਕਰ ਦਿਆ ਕਰਦੇ ਸਨ। ਇੰਨੀ ਵਿਦਿਆ ਜਿਹੜੀ ਸੀ ਭਾਈ ਗੁਰਦਾਸ ਜੀ ਨੇ ਪੜ੍ਹੀ ਹੋਈ ਸੀ। ਤੇ ਭਾਈ ਗੁਰਦਾਸ ਦੀਆਂ ਲਿਖਤਾਂ ਨੇ ਕਈ ਇਤਿਹਾਸਿਕ ਉਲਝਣਾਂ ਜਿਹੜਾ ਉਹ ਖੋਲਿਆ ਹੈ, ਜਿਵੇਂ ਗੁਰੂ ਨਾਨਕ ਸਾਹਿਬ ਦਾ ਮੱਕੇ, ਮਦੀਨੇ, ਯੂਰਪ, ਦੁਨੀਆ ਦੇ ਹੋਰ ਦੂਸਰੇ ਹਿੱਸਿਆਂ ਵਿੱਚ ਜਾਣਾ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਦਾਸਤਾਨ ਬਾਰੇ ਵੀ ਲਿਖਿਆ ਭਾਈ ਗੁਰਦਾਸ ਜੀ ਨੇ। ਹਰ ਧਰਮ ਦੀ ਇੰਨੀ ਸੋਝੀ ਰੱਖਦੇ ਸੀ ਕਿ ਵੱਡੀਆਂ ਵੱਡੀਆਂ ਹਸਤੀਆਂ ਨਾਲ ਬਹਿਸ ਕਰ ਲੈਂਦੇ। ਕਵਿਤਾਵਾਂ ਲਿਖਣ ਦੇ ਵਿੱਚ ਉੱਚ ਦਰਜੇ ਦੇ ਕਵੀ ਸੀ ਤੇ ਵਿਦਵਾਨ ਸਨ। ਉਹਨਾਂ ਦੀਆਂ ਵਾਰਾਂ ਸਿੱਖ ਇਤਿਹਾਸ ਦੇ ਵਿੱਚ ਇੱਕ ਅਹਿਮ ਹਿੱਸਾ ਰੱਖਦੀਆਂ। ਮਤਲਬ ਉਹ ਇੰਨਾ ਗਿਆਨ ਆਪਣੇ ਧਰਮ ਦਾ ਨਹੀਂ, ਦੂਸਰਿਆਂ ਧਰਮਾਂ ਦਾ ਵੀ ਇੰਨਾ ਗਿਆਨ ਰੱਖਦੇ ਸਨ ਕਿ ਜੇ ਕੋਈ ਬਹਿਸ ਕਰਦਾ ਸੀ ਤੇ ਉਹਨੂੰ ਉਹਦੇ ਹੀ ਧਰਮ ਦੇ ਅਨੁਸਾਰ ਉੱਤਰ ਦੇ ਦਿੰਦੇ ਸੀ। ਇੰਨੀ ਵਿਦਿਆ ਜਿਹੜੀ ਸੀ ਭਾਈ ਗੁਰਦਾਸ ਜੀ ਦੇ ਕੋਲ ਸੀ। ਫਿਰ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬੈਠੇ ਸੀ ਤੇ ਪ੍ਰਿਥੀ ਚੰਦ ਨੇ ਇਹਦਾ ਜੰਮ ਕੇ ਵਿਰੋਧ ਕੀਤਾ ਤੇ ਗੁਰਤ ਗੱਦੀ ਵਾਪਸ ਲੈਣ ਹਥਿਆਉਣ ਲਈ ਭਰਪੂਰ ਯਤਨ ਕੀਤੇ। ਜਦੋਂ ਕੁਝ ਨਾ ਬਣਿਆ, ਮਾਇਆ ਇਕੱਠੀ ਕਰ ਲਈ ਸੰਗਤਾਂ ਦੇ ਵਿੱਚ, ਆਪੇ ਗੁਰੂ ਹੋਣ ਦਾ ਭੁਲੇਖਾ ਪਾਉਣਾ ਸ਼ੁਰੂ ਕਰ ਦਿੱਤਾ। ਆਪਣੇ ਚੇਲਿਆਂ ਚਪਾਟਿਆਂ ਨੂੰ ਨਿਰਾਹ 'ਚ ਬਿਠਾ ਕੇ ਸੰਗਤਾਂ ਨੂੰ ਪ੍ਰਿਥੀ ਚੰਦ ਦੇ ਪੰਡਾਲ 'ਚ ਭੇਜ ਕੇ ਗੁੰਮਰਾਹ ਕਰਦੇ। ਪ੍ਰਿਥੀ ਚੰਦ ਭੇਟਾਂ ਤਾਂ ਸੰਗਤਾਂ ਤੋਂ ਲੈ ਲੈਂਦਾ ਸੀ, ਆਪ ਰੱਖ ਲੈਂਦਾ ਸੀ, ਪਰ ਲੰਗਰ ਦੇ ਲਈ ਗੁਰੂ ਅਰਜਨ ਦੇਵ ਜੀ ਦੇ ਪੰਡਾਲ ਵਿੱਚ ਭੇਜ ਦਿੰਦਾ ਸੀ ਕਿ ਲੰਗਰ ਉੱਥੋਂ ਛਕੋ, ਸਾਡਾ ਛੋਟਾ ਭਰਾ ਤੁਹਾਨੂੰ ਲੰਗਰ ਛਕਾਊਗਾ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਕੋਲ ਮਾਇਆ ਦੀ ਬੜੀ ਤੋਟ ਆ ਗਈ। ਹੁਣ ਲੰਗਰ ਦੇ ਵਿੱਚ ਛੋਲਿਆਂ ਦੀ ਰੋਟੀ ਤੱਕ ਹੀ ਸੀਮਿਤ ਰਹਿ ਗਿਆ ਲੰਗਰ, ਪਰ ਗੁਰੂ ਅਰਜਨ ਦੇਵ ਮਹਾਰਾਜ ਡੋਲ ਰਹੇ। ਫਿਰ ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਤੇ ਉਹ ਆਗਰੇ ਤੋਂ ਵਾਪਸ ਆ ਗਏ। ਉਸ ਸਮੇਂ ਆਗਰੇ ਪ੍ਰਚਾਰ ਕਰਨ ਵਾਸਤੇ ਗਏ ਸਨ। ਉੱਥੋਂ ਵਾਪਸ ਆ ਗਏ ਤੇ ਆਣ ਕੇ ਨਾ ਬਾਬਾ ਬੁੱਢਾ ਜੀ ਦੇ ਹੋਰ ਸੰਗੀਆਂ ਸਾਥੀਆਂ ਨੂੰ ਨਾਲ ਮਿਲਾ ਕੇ ਅੰਮ੍ਰਿਤਸਰ ਪਹੁੰਚਣ ਵਾਲੀਆਂ ਸੰਗਤਾਂ ਨੂੰ ਪ੍ਰਿਥੀ ਚੰਦ ਦੀਆਂ ਗੁੰਮਰਾਹਕੁੰਨ ਚਾਲਾਂ ਤੋਂ ਸਾਵਧਾਨ ਕੀਤਾ ਤੇ ਆਪਣੀਆਂ ਵਾਰਾਂ ਦੇ 36ਵੀਂ ਵਾਰ ਦੇ ਵਿੱਚ ਪ੍ਰਿਥੀ ਚੰਦ ਨੂੰ ਭਾਈ ਗੁਰਦਾਸ ਜੀ ਨੇ ਫਟਕਾਰ ਵੀ ਪਾਈ ਹੈ, ਮੀਣੇ ਕਹਿ ਕੇ। ਮੀਣੇ ਦੱਸਿਆ ਹੈ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ। ਗੁਰੂ ਸਾਹਿਬ ਨੇ ਐਸਾ ਕਰਨ ਤੋਂ ਮਨਾ ਵੀ ਕਰ ਦਿੱਤਾ। ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚ ਰਹਿ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਉਸਾਰੀ ਵਿੱਚ ਆਪਣਾ ਬੜਾ ਕੀਮਤੀ ਯੋਗਦਾਨ ਜਿਹੜਾ ਸੀ ਉਹ ਭਾਈ ਗੁਰਦਾਸ ਜੀ ਨੇ ਪਾਇਆ ਸੀ ਸਾਧ ਸੰਗਤ। ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਦੇ ਹੁਕਮ ਦੇ ਨਾਲ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕਰ ਲਿਆ ਗਿਆ ਸੀ, ਉੱਥੇ ਬੁਲਾਇਆ ਗਿਆ ਸੀ ਤੇ ਕੈਦ ਕਰ ਲਿਆ ਤੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਜੱਥੇ ਗਵਾਲੀਅਰ ਦੇ ਕਿਲ੍ਹੇ ਤੱਕ ਜਾਂਦੇ ਸੀ ਤੇ ਕਿਲ੍ਹੇ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਮੁੜ ਆਉਂਦੇ ਸਨ। ਇਹ ਭਾਈ ਗੁਰਦਾਸ ਜੀ ਦਾ ਸਮੇਂ ਜਿਹੜਾ ਹੈ ਸਿੱਖਾਂ ਦੇ ਵਿੱਚ ਕਾਫੀ ਜਿਹੜਾ ਸੀ ਮਾਣ ਸੀ। ਸਾਰੇ ਸਿੱਖ ਭਾਈ ਗੁਰਦਾਸ ਜੀ ਦੀ ਗੱਲ ਮੰਨਦੇ ਸਨ। ਇੱਕ ਮਿੰਟ ਸਾਧ ਸੰਗਤ।
ਵਾਹਿਗੁਰੂ। ਤੇ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਸ ਕਦਰ ਮਾਨਤਾ ਹੋਣ ਤੇ ਜਹਾਂਗੀਰ ਨੂੰ ਸੰਗਤਾਂ ਦਾ ਵਿਰੋਧ ਸਹਿਣਾ ਪਿਆ। ਫਿਰ ਉਹਨੇ ਗੁਰੂ ਸਾਹਿਬ ਨੂੰ ਜਲਦੀ ਰਿਹਾ ਕਰ ਦਿੱਤਾ ਤੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਸੂਰਜਮਲ ਉਹਨਾਂ ਦੇ ਵਿਆਹ ਵਿੱਚ ਵੀ ਬਰਾਤੀ ਦੇ ਤੌਰ ਤੇ ਭਾਈ ਗੁਰਦਾਸ ਜੀ ਗਏ ਸਨ। ਸੂਰਜਮਲ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸੀ। ਬਾਬਾ ਗੁਰਦਿੱਤਾ ਜੀ ਵੱਡੇ ਸਨ, ਉਹਨਾਂ ਤੋਂ ਛੋਟੇ ਸੂਰਜਮਲ ਜੀ ਸਨ। ਉਹਨਾਂ ਦੇ ਵਿਆਹ ਤੇ ਬਰਾਤੀ ਦੇ ਤੌਰ ਤੇ ਜਿਹੜੇ ਸਨ ਉਹ ਭਾਈ ਗੁਰਦਾਸ ਜੀ ਗਏ ਸਨ। 1621 ਵਿੱਚ ਮਾਤਾ ਗੰਗਾ ਜੀ ਤੇ 8 ਸਤੰਬਰ 1631 ਵਿੱਚ ਬਾਬਾ ਬੁੱਢਾ ਜੀ ਦੋਨੇ ਪ੍ਰਲੋਕ ਜਿਹੜੇ ਸੁਧਾਰ ਗਏ ਸਨ। ਉਸ ਵਕਤ ਅਰਦਾਸ ਭਾਈ ਗੁਰਦਾਸ ਜੀ ਨੇ ਕੀਤੀ ਸੀ। ਜਦੋਂ ਮਾਤਾ ਗੰਗਾ ਜੀ ਚੜ੍ਹਾਈ ਕੀਤੇ ਆ, ਮਾਤਾ ਗੰਗਾ ਜੀ ਦਾ ਦੇਹਾਂਤ ਹੋਇਆ। ਗੁਰੂ ਅਰਜਨ ਦੇਵ ਜੀ ਦੇ ਪਤਨੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ, ਉਹਨਾਂ ਦੇ ਜਦੋਂ ਦੇਹਾਂਤ ਹੋਇਆ ਉਹਦੀ ਅਰਦਾਸ ਵੀ ਭਾਈ ਗੁਰਦਾਸ ਜੀ ਨੇ ਕੀਤੀ ਹੈ। ਜਦੋਂ ਬਾਬਾ ਬੁੱਢਾ ਜੀ ਦਾ ਦੇਹਾਂਤ ਹੋਇਆ, ਜਦੋਂ ਉਹਨਾਂ ਦਾ ਪ੍ਰਲੋਕ ਸੁਧਾਰੇ, ਉਦੋਂ ਵੀ ਅਰਦਾਸ ਜਿਹੜੀ ਹੈ ਉਹ ਭਾਈ ਗੁਰਦਾਸ ਜੀ ਨੇ ਕੀਤੀ ਸੀ ਸਾਧ ਸੰਗਤ। ਫਿਰ ਜਦੋਂ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਮਿਹਰਬਾਨ ਦੀ ਮਦਦ ਦੇ ਨਾਲ ਗੁਰੂ ਨਾਨਕ ਦਾ ਨਾਮ ਵਰਤ ਕੇ ਬਾਣੀ ਦੀ ਰਚਨਾ ਸ਼ੁਰੂ ਕਰ ਦਿੱਤੀ, ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੇ ਸਹਿਯੋਗ ਦੇ ਨਾਲ ਆਦਿ ਗ੍ਰੰਥ ਦੀ ਪੀੜ ਜਿਹੜੀ ਤਿਆਰ ਕਰਨ ਦਾ ਫੈਸਲਾ ਕੀਤਾ, ਤਾਂ ਜੋ ਖਸਮ ਦੀ ਬਾਣੀ ਧੁਰ ਕੀ ਬਾਣੀ ਨੂੰ ਨਿਰੋਲ ਰੱਖਿਆ ਜਾ ਸਕੇ। ਜਿਸ ਦੇ ਸਦਕਾ ਭਾਈ ਗੁਰਦਾਸ ਜੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੀੜ ਦੇ ਲਿਖਾਰੀ ਹੋਣ ਦਾ ਮਾਣ ਪ੍ਰਾਪਤ ਹੈ। ਇਹ ਮਹਾਨ ਕਾਰਜ ਭਾਈ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦੇ ਸਹਿਯੋਗ, ਗਵਾਹੀ ਤੇ ਨਿਗਰਾਨੀ ਦੀ ਹੇਠ ਭਾਈ ਗੁਰਦਾਸ ਜੀ ਨੇ ਕੀਤਾ ਹੈ। ਭਾਈ ਬੁੱਢਾ ਜੀ ਅਕਾਲ ਬੁੰਗੇ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਪਹਿਲੇ ਸੰਰਕਸ਼ਕ ਥਾਪੇ ਗਏ। ਸੰਰਕਸ਼ਕ ਭਾਵ ਪਹਿਲੇ ਜਿਹੜੇ ਹਨ ਉਹ ਲਿਖਾਰੀ ਥਾਪੇ ਗਏ, ਸ਼ਰਨ ਵਿੱਚ ਆਉਣ ਵਾਲੇ ਥਾਪੇ ਗਏ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਭਾਈ ਗੁਰਦਾਸ ਤੇ ਸ਼ਸਤਰ ਤੇ ਨੇਜੇਬਾਜ਼ੀ ਸਿਖਾਉਣ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਸੀ। ਜਿਹੜਾ ਵਿਦਿਆ ਦੀ ਜ਼ਿੰਮੇਵਾਰੀ ਸੀ ਉਹ ਭਾਈ ਗੁਰਦਾਸ ਜੀ ਕੋਲ ਸੀ। ਘੋੜਸਵਾਰੀ ਤੇ ਸ਼ਸਤਰ ਵਿਦਿਆ ਦੀ ਜਿਹੜੀ ਸਾਰਾ ਪ੍ਰਬੰਧ ਸੀ ਉਹ ਬਾਬਾ ਬੁੱਢਾ ਜੀ ਕਰਦੇ ਸਨ। ਫਿਰ ਪੰਜਾਬੀ ਭਾਸ਼ਾ ਵਿੱਚ ਆਪ ਜੀ ਨੇ ਮਹਾਨ ਰਚਨਾਵਾਂ 12 ਗਿਆਨ ਰਤਨਾਵਲੀ ਜਿਹਨੂੰ ਕਿਹਾ ਜਾਂਦਾ ਉਹ ਰਚੀ। ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਕੁੰਜੀ ਕਹਿ ਕੇ ਇਹਨਾਂ ਦੀਆਂ ਵਾਰਾਂ ਨੂੰ ਨਵਾਜਿਆ ਸੀ। ਭਾਈ ਗੁਰਦਾਸ ਜੀ ਨੂੰ ਕਿਹਾ ਸੀ, ਭਾਈ ਗੁਰਦਾਸ ਜੀ ਤੁਹਾਡੀਆਂ ਜਿਹੜੀਆਂ ਬਾਣੀ ਹੈ ਨਾ, ਤੁਹਾਡੀਆਂ ਵਾਰਾਂ ਜਿਹੜੀਆਂ ਹਨ ਉਹ ਗੁਰਬਾਣੀ ਦੀ ਕੁੰਜੀ ਹੈ। ਕੁੰਜੀ ਦਾ ਅਰਥ ਹੁੰਦਾ ਕੀ ਹੁੰਦਾ ਸਾਧ ਸੰਗਤ? ਕੁੰਜੀ ਦਾ ਅਰਥ ਹੁੰਦਾ ਜਿਹੜੀ ਤਾਲਾ ਖੋਲਦੀ ਹੈ। ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਦੀ ਵਿਆਖਿਆ ਕਰਦੀ ਹੈ, ਭਾਵ ਗੁਰਬਾਣੀ ਨੂੰ ਖੋਲਦੀ ਹੈ, ਵਿਸਥਾਰ ਕਰਦੀ ਹੈ। ਜਦੋਂ ਤੁਸੀਂ ਪੜ੍ਹੋਗੇ ਕਿਤੇ ਵਾਰਾਂ ਧਿਆਨ ਦੇ ਨਾਲ, ਜਿਹੜੇ ਗੁਰਮੁਖ ਪਿਆਰੇ ਪੜ੍ਹਦੇ ਹੋਣਗੇ ਉਹਨਾਂ ਨੂੰ ਪਤਾ 41 ਵਾਰਾਂ ਨੇ ਕੁੱਲ, ਜਿਨ੍ਹਾਂ ਵਿੱਚ 40 ਵਾਰਾਂ ਭਾਈ ਗੁਰਦਾਸ ਜੀ ਦੀਆਂ ਨੇ। ਇੱਕ ਵਾਰ ਜਿਹੜੀ ਹੈ ਉਹ 10ਵੇਂ ਪਾਤਸ਼ਾਹ ਦੇ ਵੇਲੇ ਇੱਕ ਭਾਈ ਗੁਰਦਾਸ ਸਿੰਘ ਹੋਇਆ ਉਹਦੀ ਵਾਰ ਹੈ। ਤੇ ਹੁਣ ਇਹਦੀਆਂ 40 ਵਾਰਾਂ ਨੇ ਸਾਧ ਸੰਗਤ। ਇਹ 40 ਦੀਆਂ 40 ਵਾਰਾਂ ਜਿਹੜੀਆਂ ਬੜੀਆਂ ਅਧਿਆਤਮਿਕ ਤੌਰ ਤੇ ਸਾਨੂੰ ਸਿੱਖਿਆ ਦਿੰਦੀਆਂ, ਜਿਨ੍ਹਾਂ ਦੇ ਵਿੱਚੋਂ ਪਹਿਲੀ ਵਾਰ ਦੀ ਵਿਆਖਿਆ ਆਪ ਜੀ ਨੇ ਸਰਵਣ ਕੀਤੀ ਪਿਛਲੀਆਂ ਕਲਾਸਾਂ ਦੇ ਵਿੱਚ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਮੁੱਚਾ ਜੀਵਨ ਹੈ ਤੇ 5ਵੇਂ ਪਾਤਸ਼ਾਹ ਤੱਕ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਤੇ ਉਹਦੇ ਨਾਲ ਹੀ ਆਪ ਜੀ ਨੇ 11ਵੀਂ ਵਾਰ ਸਰਵਣ ਕੀਤੀ ਹੈ, ਜਿਹਦੇ ਵਿੱਚ ਆਪਾਂ ਗੁਰਸਿੱਖਾਂ ਦਾ ਜ਼ਿਕਰ ਕੀਤਾ। ਭਾਈ ਗੁਰਦਾਸ ਜੀ ਨੇ ਉਹਨਾਂ ਸਿੱਖਾਂ ਦੇ ਬਾਰੇ ਜਿਹੜੀ ਵਾਰ ਹੈ ਉਹ ਆਪ ਜੀ ਨੇ ਸਰਵਣ ਕੀਤੀ, ਉਹਦੀ ਵਿਆਖਿਆ। ਤੇ ਫਿਰ 10ਵੀਂ ਵਾਰ ਜੋ ਭਗਤਾਂ ਦੀ ਵਾਰ ਹੈ ਉਹ ਵੀ ਆਪ ਜੀ ਨੇ ਵਿਆਖਿਆ ਸਰਵਣ ਕੀਤੀ ਹੈ ਪਿਛਲੀਆਂ ਕਲਾਸਾਂ ਵਿੱਚ। ਇਹ ਆਪ ਜੀ ਨੂੰ ਪਤਾ ਹੈ ਜਿਹੜੇ ਗੁਰਮੁਖ ਪਿਆਰੇ ਪਹਿਲਾਂ ਜੁੜਦੇ ਰਹੇ। ਸੋ ਸਾਧ ਸੰਗਤ, ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਵਿੱਚ ਇਹਨਾਂ ਵਾਰਾਂ ਦਾ ਇੱਕ ਬੜਾ ਵਿਸ਼ੇਸ਼ ਸਥਾਨ ਹੈ। ਇਹ ਗਿਣਤੀ ਦੇ ਵਿੱਚ 40 ਹਨ ਤੇ ਇਹਨਾਂ ਵਿੱਚ 41ਵੀਂ ਵਾਰ ਜਿਹੜੀ ਉਹ ਸ਼੍ਰੀ ਭਗਵਤੀ ਜੀ ਕੀ ਨਾਮ ਦੇ ਨਾਲ ਪ੍ਰਸਿੱਧ ਹੈ। ਜਦੋਂ ਪ੍ਰਿਥੀ ਨੇ ਅਕਬਰ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਗ੍ਰੰਥ ਲਿਖਿਆ ਹੈ ਜਿਸ ਵਿੱਚ ਇਸਲਾਮ ਦੇ ਖਿਲਾਫ ਬਾਣੀ ਦਰਜ ਕੀਤੀ ਗਈ ਹੈ, ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਭਾਈ ਬੁੱਢਾ ਜੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਸ਼ੰਕਾ ਨਿਵਾਰਨ ਕਰਨ ਵਾਸਤੇ ਅਕਬਰ ਦੇ ਕੋਲ ਭੇਜਿਆ ਸੀ। ਤੇ ਆਪ 74 ਸਾਲ ਦੀ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਗੁਰੂ ਕੇ ਲੇਖੇ ਲਾਉਂਦਿਆਂ ਸੰਮਤ 1686 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿਖੇ ਹੀ ਸਤਿਗੁਰੂ ਦੇ ਦਰਸ਼ਨ ਦਿਦਾਰੇ ਕਰਦਿਆਂ ਹੀ ਗੁਰਪੁਰੀ ਸੁਧਾਰ ਗਏ। ਦੇਹਾਂਤ ਤੋਂ ਇਹਨਾਂ ਦਾ ਹੋਇਆ 1686 ਸੰਮਤ 1686 ਵਿੱਚ। 74 ਸਾਲ ਦੀ ਉਮਰ ਇਹਨਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਹੈ ਸਾਧ ਸੰਗਤ ਜੀਵਨ ਬਤੀਤ ਕੀਤਾ। ਇਹਨਾਂ ਵਾਰਾਂ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਆਧਾਰ ਤੇ ਸ੍ਰਿਸ਼ਟੀ ਰਚਨਾ ਕੀ ਹੈ, ਪਰਮਾਤਮਾ ਦੀ ਵਿਆਪਕਤਾ ਕੀ ਹੈ,
ਚਾਰ ਯੁੱਗਾਂ ਦੀ ਸਥਾਪਨਾ ਕਿਵੇਂ ਕੀਤੀ ਗਈ ਹੈ, ਕਾਦਰ ਤੇ ਕੁਦਰਤ ਦੀ ਆਪਸੀ ਸੰਬੰਧ ਕੀ ਹੈ, ਮਨੁੱਖੀ ਜੂਨ ਦੀ ਕਿੰਨੀ ਕੁ ਸ੍ਰੇਸ਼ਟਤਾ ਹੈ, ਨਾਮ ਸਿਮਰਨ ਦੀ ਕਿੰਨੀ ਮਹਾਨਤਾ ਹੈ, ਕਲਯੁੱਗ ਦੇ ਵਿੱਚ ਲੋਕਾਂ ਦਾ ਵਿਹਾਰ, ਤਤਕਾਲੀ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਵਿਗਠਨ ਆਦਿ ਬਾਰੇ ਇਹਨਾਂ ਨੇ ਚਰਚਾ ਜਿਹੜੀ ਆਪਣੀ ਬਾਣੀ ਦੇ ਵਿੱਚ ਕੀਤੀ ਹੈ। ਸਿੱਖ ਧਰਮ, ਸਿੱਖ ਰਹਿਤ ਮਰਿਆਦਾ, ਕੁਰੈਤਾਂ, ਮਨਮੁਖ ਦੀ ਪਰਿਭਾਸ਼ਾ, ਸਮਾਜੀ ਸੱਭਿਆਚਾਰ, ਕਦਰਾਂ ਕੀਮਤਾਂ, ਸਾਧਾਂ ਦੀ ਸੰਗਤ, ਕਲਯੁੱਗ ਵਿੱਚ ਨਾਮ ਦੀ ਪ੍ਰਧਾਨਤਾ, ਸਤ ਸੰਗਤ ਦੀ ਮਹਿਮਾ, ਮਾਤਾ ਦੇ ਉਪਕਾਰ, ਸੰਸਾਰਿਕ ਝਮੇਲੇ ਆਦਿ ਵਿਸਥਾਰ ਸਹਿਤ ਵਰਣਨ ਕੀਤੇ ਆ। ਪੰਜੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹਨਾਂ ਦੇ ਸਿੱਖ ਸੇਵਕ ਇਤਿਹਾਸ ਵਿੱਚ ਹੋਏ ਭਗਤ ਜੈਦੇਵ, ਨਾਮਦੇਵ, ਤ੍ਰਿਲੋਚਨ, ਧੰਨਾ, ਬੈਣੀ, ਸੈਣ, ਫਰੀਦ, ਰਵਿਦਾਸ, ਪੀਪਾ ਆਦਿ ਦੇ ਜੀਵਨ ਬਾਰੇ ਬੜੇ ਸੁੰਦਰ ਢੰਗ ਦੇ ਨਾਲ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਜਿਹੜਾ ਹੈ ਉਹ ਸਾਧ ਸੰਗਤ ਸਾਰਾ ਕੁਝ ਲਿਖਿਆ ਹੈ ਬੜੇ ਸੁੰਦਰ ਢੰਗ ਨਾਲ। ਸੋ ਇਹਦੇ ਨਾਲ ਹੀ ਸਾਨੂੰ ਭਾਈ ਗੁਰਦਾਸ ਜੀ ਦੇ ਜੀਵਨ ਤੋਂ ਇਹ ਪਤਾ ਲੱਗਦਾ ਹੈ ਕਿ ਭਾਈ ਗੁਰਦਾਸ ਜੀ ਨੇ ਵਿਆਹ ਨਹੀਂ ਸੀ ਕਰਾਇਆ, ਪਰ ਭਾਈ ਗੁਰਦਾਸ ਜੀ ਇਸ ਗੱਲ ਨਾਲ ਸਹਿਮਤ ਸਨ ਕਿ ਜਿਹੜਾ ਹੈ ਗੁਰੂ ਘਰ ਦੇ ਵਿੱਚ ਗ੍ਰਸਤ ਦੀ ਬੜੀ ਪ੍ਰਧਾਨਤਾ ਹੈ। ਤੇ ਪਰ ਇੱਥੇ ਸਾਧ ਸੰਗਤ ਇਹ ਵੀ ਹੈ ਕਿ ਜੇ ਕੋਈ ਨਹੀਂ ਵੀ ਵਿਆਹ ਕਰਾਉਣਾ ਚਾਹੁੰਦਾ, ਵਿਹੰਗਮ ਰਹਿਣਾ ਚਾਹੁੰਦਾ ਹੈ, ਤੇ ਜੇ ਉਹ ਰਹਿਣਾ ਚਾਹੁੰਦਾ ਰਹਿ ਸਕਦਾ ਹੈ, ਪਰ ਸਿੱਖੀ ਦੇ ਵਿੱਚ ਵਿਆਹ ਕਰਾਉਣ ਦੀ ਬੜੀ ਮਹਾਨਤਾ ਵੀ ਹੈ। ਇਹ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੈ ਕਿ ਸਭ ਵੀ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਭਾਈ ਗੁਰਦਾਸ ਜੀ ਦਾ ਆਪਣਾ ਕਵਿਤ ਹੈ, ਭਾਵੇਂ ਕਿ ਉਹਨਾਂ ਵਿਆਹ ਨਹੀਂ ਕਰਾਇਆ, ਸ਼ਾਦੀ ਨਹੀਂ ਕਰਵਾਈ, ਪਰ ਫਿਰ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਗੁਰਸਿੱਖੋ ਗ੍ਰਸਤ ਦੀ ਬੜੀ ਪ੍ਰਧਾਨਤਾ ਹੈ ਸਿੱਖੀ ਦੇ ਵਿੱਚ। ਤੇ ਉਹਨਾਂ ਨੇ ਬੜੀਆਂ ਸੁੰਦਰ ਉਦਾਹਰਨਾਂ ਦੇ ਕੇ ਦਿੱਤਾ, ਜਿਵੇਂ ਜੰਗਲ ਦੇ ਵਿੱਚ ਸ਼ੇਰ ਦੀ ਮਹਾਨਤਾ ਹੁੰਦੀ ਹੈ, ਇਸੇ ਪ੍ਰਕਾਰ ਰਾਗਾਂ ਦੇ ਵਿੱਚ ਸ਼੍ਰੀ ਰਾਗ ਮਹਾਨ ਹੈ, ਪੱਥਰਾਂ ਦੇ ਵਿੱਚੋਂ ਜਿਹੜਾ ਪਾਰਸ ਨੂੰ ਵੱਡਾ ਮੰਨਿਆ ਜਾਂਦਾ। ਇਸੇ ਪ੍ਰਕਾਰ ਉਹਨਾਂ ਨੇ ਕਿਹਾ ਕਿ ਜੇ ਇਹ ਵੱਡੇ ਮੰਨੇ ਜਾਂਦੇ ਆ, ਇਸੇ ਤਰ੍ਹਾਂ ਭਾਈ ਜਿਹੜੇ ਹੈ ਗ੍ਰਸਤ ਧਰਮ ਉਹ ਸਭ ਤੋਂ ਵੱਡਾ ਹੈ। ਫਿਰ ਭਾਈ ਗੁਰਦਾਸ ਜੀ ਦਾ ਜਦੋਂ ਆਪਾਂ ਸਾਧ ਸੰਗਤ ਇਹਨਾਂ ਦੇ ਆਪਾਂ ਵਾਰਾਂ ਨੂੰ ਪੜ੍ਹਦੇ ਹਾਂ ਜਾਂ ਕਵਿਤਾ ਨੂੰ ਪੜ੍ਹਦੇ ਹਾਂ, ਉੱਥੇ ਸਾਧ ਸੰਗਤ ਇਹਨਾਂ ਨੇ ਸਿੱਖ ਨੂੰ ਬੜਾ ਇਹ ਗੱਲ ਕਹੀ ਹੈ ਕਿ ਭਾਈ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਤੈਨੂੰ ਚੰਗੇ ਗੁਣ ਜਿਹੜੇ ਅਪਣਾਉਣੇ ਬੜੇ ਜ਼ਰੂਰੀ ਹੈ। ਉਹਨਾਂ ਨੇ ਇੱਥੋਂ ਤੱਕ ਲਿਖ ਦਿੱਤਾ ਭਾਈ ਗੁਰਦਾਸ ਜੀ ਨੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਉਸ ਰੁਸ ਗਾਏ ਹੈ ਪਰ ਤਨ ਹਿੰਦੂ ਮੁਸਲਮਾਨੇ, ਪੁੱਤਰ ਕਲੱਤਰ ਕੁਟੰਬ ਮੋਹੇ ਮੋਹ ਧਿਆਣੇ, ਉਸਤਤ ਨਿੰਦਾ ਕੰਨ ਸੁਣ ਆਪੋ ਬੁਰਾ ਨਾ ਆਖ ਵਖਾਣੇ, ਵੱਡ ਪ੍ਰਤਾਪ ਨਾ ਆਪ ਗਣ ਕਰ ਅਮਿਓ ਨਾ ਕਿਸੈ ਰਿਆਣੇ, ਗੁਰਮੁਖ ਸੁਫਲ ਪਾਇਆ ਰਾਜ ਜੋਗ ਰਸ ਰਲੀਆਂ ਮਾਲੇ, ਸਾਧ ਸੰਗ ਵਿਟੋਂ ਕੁਰਬਾਣੇ। ਭਾਈ ਗੁਰਦਾਸ ਜੀ ਕਹਿੰਦੇ ਸੰਗਤ ਵਿੱਚ ਚਲੇ ਜਾ ਤੇ ਤੂੰ ਜਿਹੜਾ ਦੂਸਰੇ ਨੂੰ ਪਰਾਈਆਂ ਨੂੰ ਤੱਕਦਾ ਹੈ ਉਹ ਤੱਕਣਾ ਹਟ ਜਾਵੇਗਾ ਤੇ ਪਰਾਇਆ ਹੱਕ ਖਾਣਾ ਹਟ ਜਾਵੇਗਾ, ਤੇ ਤੇਰਾ ਉਸ ਪਰਮੇਸ਼ਰ ਦੇ ਨਾਲ ਰੱਬ ਦੀ ਉਸਤਤ ਜੇ ਕਰੇਗਾ ਤੇ ਤੇਰਾ ਵਾਹਿਗੁਰੂ ਨਾਲ ਬਣ ਆਵੇਗੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਬੁਰੇ ਭਲੇ ਬਾਰੇ ਵੀ ਲਿਖਿਆ ਹੈ ਕਿ ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖਿਆ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਕਰੇ ਲਿਖਿਆ। ਕਹਿੰਦੇ ਜਿਹੜਾ ਬੰਦਾ ਆਪ ਚੰਗਾ ਹੈ ਉਹਨੂੰ ਸਾਰੇ ਚੰਗੇ ਲੱਗਦੇ, ਜਿਹੜਾ ਆਪ ਭਲਾ ਹੈ ਉਹਨੂੰ ਸਾਰੇ ਭਲੇ ਲੱਗਦੇ ਆ, ਪਰ ਜਿਹੜਾ ਆਪ ਮਾੜਾ ਹੈ ਉਹਨੂੰ ਸਾਰੇ ਹੀ ਮਾੜੇ ਲੱਗਦੇ ਆ। ਕਿਸਨ ਸਹਾਈ ਪਾਂਡਵਾ ਭਾਏ ਭਗਤ ਕਰਤੂਤ ਵਿਸੇਖੈ, ਵੈਰ ਭਾਉ ਚਿਤ ਕੈਰਵਾ ਗਣਤੀ ਗਣਤ ਅੰਦਰ ਕਾ ਲੇਖੇ। ਕਹਿੰਦੇ ਕ੍ਰਿਸ਼ਨ ਨੇ ਸਾਥ ਤਾਂ ਦਿੱਤਾ ਸੀ ਪਾਂਡਵਾਂ ਦਾ ਕਿਉਂਕਿ ਭਗਤੀ ਕਰਦੇ ਸੀ, ਉਹ ਕ੍ਰਿਸ਼ਨ ਨੂੰ ਸਾਰਾ ਕੁਝ ਆਪਣਾ ਮੰਨਦੇ ਸੀ, ਪਰ ਕੌਰਵਾਂ ਦਾ ਸਾਥ ਤਾਂ ਨਹੀਂ ਦਿੱਤਾ ਕਿਉਂਕਿ ਕੌਰਵ ਜਿਹੜੇ ਸੀ ਉਹ ਗਿਣਤੀਆਂ ਮਿੰਤੀਆਂ ਕਰਦੇ ਸੀ, ਵੱਧ ਘੱਟ ਵੈਰ ਭਾਉ ਰੱਖਦੇ ਸੀ। ਬੁਰਾ ਭਲਾ ਬੁਰਾ ਪਰਵੰਨਿਆ ਭਾਲਣ ਗਏ ਨਾ ਦ੍ਰਿਸ਼ਟ ਸਰੇਖੈ, ਬੁਰਾ ਨਾ ਕੋਈ ਦ੍ਰਿਸ਼ਟ ਰਹਿ ਦੁਰਜੋਧਨ ਕੋ ਭਲਾ ਨਾ ਭੇਖੈ, ਕਰਵੈ ਹੋਏ ਸੋ ਟੋਟੀ ਦੇਖੈ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਭਾਈ ਬੁਰਾ ਤੇ ਭਲਾ ਜਿਹੜਾ ਹੈ ਨਾ ਉਹ ਜੀਵਨ ਦੇ ਇੱਕ ਸਾਰ ਤੱਤ ਆ। ਜਿਹੜਾ ਭਲਾ ਕਰਦਾ ਉਹਨੂੰ ਸਾਰੇ ਭਲੇ ਲੱਗਦੇ ਆ, ਯੁਧਿਸ਼ਟਰ ਜਿਹੜਾ ਭਲਾ ਸੀ ਇਹਨੂੰ ਸਾਰੇ ਭਲੇ ਲੱਗਦੇ ਸੀ, ਤੇ ਦੁਰਯੋਧਨ ਬੁਰਾ ਸੀ ਉਹਨੂੰ ਸਾਰੇ ਹੀ ਬੁਰੇ ਲੱਗਦੇ ਸੀ। ਫਿਰ ਉਸ ਤੋਂ ਬਾਅਦ ਅਕਿਰਤ ਘਣਾ ਬਾਰੇ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜਿਹੜੇ ਰੱਬ ਨੂੰ ਯਾਦ ਹੀ ਨਹੀਂ ਕਰਦੇ, ਉਸ ਵਾਹਿਗੁਰੂ ਨੂੰ ਸਿਮਰਦੇ ਨਹੀਂ ਆ, ਉਹਨਾਂ ਦੇ ਬਾਰੇ ਪਰ ਭਾਈ ਗੁਰਦਾਸ ਜੀ ਦਾ ਕਹਿਣਾ ਹੈ ਕਿ ਧਰਤੀ ਨੂੰ ਸਭ ਤੋਂ ਜ਼ਿਆਦਾ ਭਾਰ ਜਿਹੜਾ ਹੈ ਕਿਰਤਘਣ ਮਨੁੱਖ ਦਾ ਲੱਗਦਾ ਹੈ, ਨਾ ਤੇ ਸੁਭਾਰੇ ਪਰਬਤਾਂ ਸਮਾਨ ਕਹਾਂਦੇ। ਕਹਿੰਦੇ ਧਰਤੀ ਤੇ ਜਿੰਨੇ ਵੀ ਪਹਾੜ ਆ
ਉਹ ਵੀ ਤੇ ਉਹਦਾ ਭਾਰ ਵੀ ਧਰਤੀ ਨੂੰ ਨਹੀਂ ਲੱਗਦਾ। ਨਾ ਤੇ ਸਵਾਰੇ ਕੋਟਗੜ੍ਹ ਘਰ ਬਾਰ ਦਸੰਦੇ, ਨਾ ਕਹਿੰਦੇ ਜਿਹੜੇ ਇੰਨੇ ਵੱਡੇ ਵੱਡੇ ਕਿਲ੍ਹੇ ਇਸ ਧਰਤੀ ਤੇ ਉਸਾਰੇ ਗਏ ਉਹਨਾਂ ਦਾ ਭਾਰ ਵੀ ਧਰਤੀ ਨੂੰ ਨਹੀਂ ਲੱਗਦਾ। ਨਾ ਤੇ ਭਾਰੇ ਸਾਇਰਾਂ ਨਦ ਵਾਹ ਵਹਾਉਂਦੇ, ਕਹਿੰਦੇ ਨਾ ਹੀ ਇੱਥੇ ਜਿਹੜੇ ਸਮੁੰਦਰ ਆਦਿਕ ਧਰਤੀ ਤੇ ਵਹਿੰਦੇ ਆ, ਨਦੀਆਂ ਵਗੈਰਾ ਹਨ ਉਹ ਵਹਿੰਦੀਆਂ, ਉਹਨਾਂ ਦਾ ਭਾਰ ਵੀ ਧਰਤੀ ਨੂੰ ਲੱਗਦਾ। ਨਾ ਤਿਸ ਧਾ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਕਹਿੰਦੇ ਨਾ ਹੀ ਧਰਤੀ ਨੂੰ ਰੁੱਖਾਂ ਦਾ ਭਾਰ ਲੱਗਦਾ ਹੈ, ਭਾਵੇਂ ਫਲਾਂ ਦੇ ਨਾਲ ਲੱਦੇ ਹੋਣ। ਨਾ ਤੇ ਭਾਰੇ ਜੀ ਜੰਤ ਅਗਣਤ ਫਿਰੰਦੇ, ਤੇ ਨਾ ਹੀ ਧਰਤੀ ਨੂੰ ਭਾਰ ਲੱਗਦਾ ਹੈ ਉਹਨਾਂ ਜੀਵ ਜੰਤੂਆਂ ਦਾ ਜਿਹੜੇ ਉੱਡਦੇ ਨੇ, ਤੁਰੇ ਫਿਰਦੇ ਆ, ਜੀਵ ਜੰਤੂ ਜਿੰਨੇ ਵੀ ਆ। ਫਿਰ ਕਹਿੰਦੇ ਭਾਰ ਕਿਹਦਾ ਲੱਗਦਾ ਹੈ? ਭਾਰੇ ਭੂਈ ਕਿਰਤ ਕਣ ਮੰਦੀ ਹੂੰ ਮੰਦੇ, ਕਹਿੰਦੇ ਧਰਤੀ ਨੂੰ ਭਾਰ ਉਹਨਾਂ ਮਨੁੱਖਾਂ ਦਾ ਲੱਗਦਾ ਹੈ ਜਿਹੜੇ ਅਕਿਰਤ ਕਾਣ ਹਨ। ਉਹ ਮੰਦਿਆਂ ਤੋਂ ਵੀ ਮੰਦੇ ਆ, ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ, ਜਿਹੜੇ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ, ਕਹਿੰਦੇ ਉਹ ਸਭ ਤੋਂ ਮਾੜੇ ਆ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਇਹ ਵਾਰਾਂ 40 ਵਾਰਾਂ ਤੇ 556 ਭਾਈ ਗੁਰਦਾਸ ਜੀ ਦੇ ਜਿਹੜੇ ਹਨ ਸਾਧ ਸੰਗਤ ਆਪਾਂ ਨੂੰ ਕਬਿੱਤ ਜਿਹੜੇ ਆ ਉਹ ਮਿਲਦੇ ਆ ਭਾਈ ਗੁਰਦਾਸ ਜੀ ਦੇ। ਭਾਈ ਗੁਰਦਾਸ ਜੀ ਦੇ ਇਹ ਕਬਿੱਤ, ਇਹਨਾਂ ਦੇ ਵਿੱਚ ਵੀ ਉਹਨਾਂ ਨੇ ਬੜੀ ਸੁੰਦਰ ਜਿਹੜੀ ਵਿਆਖਿਆ ਉਹ ਦਿੱਤੀ ਹੈ। ਤੇ ਜਦੋਂ ਇੱਕ ਮੀਣਿਆਂ ਦੀ ਵਾਰ ਵੀ ਹੈ ਸਾਧ ਸੰਗਤ, ਮੀਣਿਆਂ ਦੇ ਉੱਤੇ ਭਾਈ ਗੁਰਦਾਸ ਨੇ ਇੱਕ ਵਾਰ ਹੀ ਲਿਖ ਦਿੱਤੀ ਹੈ। ਮੀਣੇ ਜਿਹੜੇ ਪ੍ਰੀਤੀ ਚੰਦ ਹੋਣੀ ਸੀ ਉਹਨਾਂ ਦੇ ਉੱਤੇ, ਉਹਨਾਂ ਤੇ ਪੂਰੀ ਦੀ ਪੂਰੀ ਵਾਰ ਹੀ ਲਿਖ ਦਿੱਤੀ ਹੈ। ਮੈਂ ਉਹਨਾਂ ਦੀ ਵਾਰ ਦਾ ਆਰੰਭ ਜਿਹੜਾ ਕਰ ਦੇਵਾਂ, ਇੱਕ ਵਾਰੀ ਤੁਹਾਨੂੰ ਸੁਣਾ ਦੇਵਾਂ। ਤੀਰਥ ਮੰਝ ਨਿਵਾਸ ਹੈ ਬਗਲਾ ਅਪਤੀਨਾ, ਲਵੇ ਬਬੀਹਾ ਵਰਸਦੈ ਜਲ ਜਾਏ ਨਾ ਪੀਣਾ, ਵਾ ਸੁਗੰਧ ਨਾ ਹੋਵਈ ਪਰਮਲ ਸੰਗ ਲੀਨਾ, ਘੁੱਗੂ ਸੁਧ ਨਾ ਸੁਝਈ ਕਰਮਾਂ ਦਾ ਹੀਣਾ, ਨਾਵ ਕਤੂਰੀ ਮਿਰਗ ਦੇ ਵੱਤੈ ਓਡੀਨਾ, ਸਤਿਗੁਰੂ ਸੱਚਾ ਪਾਤਸ਼ਾਹ ਮੋਹ ਕਾਲੇ ਮੀਣਾ। ਔਰ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਸੱਚਾ ਪਾਤਸ਼ਾਹ ਗੁਰੂ ਅਰਜਨ ਦੇਵ ਹੈ ਤੇ ਮੀਣਿਆਂ ਦੇ ਮੂੰਹ ਕਾਲੇ ਹੋਣਗੇ, ਭਾਵ ਪ੍ਰਿਥੀ ਚੰਦ ਹੋਣਾ ਦੇ ਮੂੰਹ ਕਾਲੇ ਹੋਣਗੇ। ਇਹ ਭਾਈ ਗੁਰਦਾਸ ਜੀ ਨੇ ਇਸ ਵਾਰ ਦੇ ਵਿੱਚ ਜਿਹੜਾ ਹੈ ਉਹ ਆਪਣਾ ਚਰਚਾ ਦਿੱਤੀ ਹੈ। ਫੇਰ ਸਾਧ ਸੰਗਤ ਭਾਈ ਗੁਰਦਾਸ ਜੀ ਦੀ ਜਿਹੜੇ ਕਬਿੱਤ ਹਨ, ਕਬਿੱਤਾਂ ਦੇ ਵਿੱਚ ਵੀ ਬੜਾ ਸੋਹਣਾ ਉਹਨਾਂ ਨੇ ਜਿਹੜਾ ਹੈ ਦਿੱਤਾ ਹੈ। ਇੱਕ ਆਪਾਂ ਕਬਿੱਤ ਪੜ੍ਹਦੇ ਹਾਂ, ਬੜੇ ਸੋਹਣੇ ਸੋਹਣੇ ਕਬਿੱਤ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਸਾਧ ਸੰਗਤ ਸਮਝਾਇਆ ਹੈ। ਇੱਕ ਕਬਿੱਤ ਮੈਂ ਆਪ ਜੀ ਨਾਲ ਸਾਂਝਾ ਕਰਾਂ। ਉਹਨਾਂ ਨੇ ਕਿਹਾ ਪਵਨ ਗਮਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਦਾ ਹੈ। ਕਹਿੰਦੇ ਜਿਵੇਂ ਪਤੰਗ ਜਿਹੜੀ ਹੈ ਹਵਾ ਦੇ ਨਾਲ ਉੱਡਦੀ ਹੈ ਤੇ ਜਦੋਂ ਹਵਾ ਬੰਦ ਹੋ ਜਾਂਦੀ ਪਤੰਗ ਨਹੀਂ ਉੱਡ ਸਕਦੀ। ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੇ, ਤਾਊ ਹਾਊ ਮਿਟੇ ਗਿਰ ਪਰੇ ਹੋਏ ਥਕਤ ਹੈ। ਪੁਰਾਣੇ ਸਮਿਆਂ 'ਚ ਬੱਚੇ ਲਾਟੂ ਘੁਮਾਉਂਦੇ ਸਨ ਰੱਸੀ ਲਪੇਟ ਕੇ, ਉਹ ਲਾਟੂ ਜ਼ੋਰ ਦੀ ਥੱਲੇ ਛੱਡਣਾ, ਲਾਟੂ ਘੁੰਮੀ ਜਾਣਾ। ਤੇ ਪਰ ਜਦੋਂ ਉਹ ਲਾਟੂ ਰੱਸੀ ਤੋਂ ਦੂਰ ਹੋ ਜਾਂਦਾ ਸੀ, ਕੁਝ ਸਮਾਂ ਘੁੰਮਦਾ ਹੈ, ਫਿਰ ਕਹਿੰਦੇ ਕਿ ਡਿੱਗ ਪੈਂਦਾ ਥੱਲੇ। ਫਿਰ ਭਾਈ ਗੁਰਦਾਸ ਜੀ ਅੱਗੇ ਉਦਾਹਰਨ ਦਿੰਦੇ ਆ, ਕੰਚਨ ਅਸੁੱਧ ਜਿਉ ਕੁਠਾਰੀ ਠਹਿਰਾਤ ਨਹੀਂ, ਸੁੱਧ ਭਏ ਨੇਚਲ ਛੱਬ ਕੇ ਸ਼ਕਤ ਹੈ। ਕਹਿੰਦੇ ਜਿਵੇਂ ਸੋਨਾ ਜਿਹੜਾ ਹੈ ਜਿੰਨਾ ਚਿਰ ਉਹਦੇ ਵਿੱਚ ਮਿਲਾਵਟ ਹੈ ਉਹ ਕੁਠਾਲੀ ਦੇ ਵਿੱਚ ਭੱਜਾ ਫਿਰਦਾ ਰਹਿੰਦਾ, ਤੇ ਜਦੋਂ ਉਹਦੇ ਵਿੱਚੋਂ ਮਿਲਾਵਟ ਖਤਮ ਹੋ ਜਾਂਦੀ ਹੈ ਉਹ ਟਿਕ ਕੇ ਬਹਿ ਜਾਂਦਾ ਇੱਕ ਜਗ੍ਹਾ ਕੁਠਾਲੀ 'ਚ। ਇਸੇ ਪ੍ਰਕਾਰ ਕਹਿੰਦੇ ਦੁਰਮਤ ਦੁਬਦਾ ਭ੍ਰਮ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਭਗਤ ਹੈ। ਕਹਿੰਦੇ ਇਸੇ ਪ੍ਰਕਾਰ ਜਿਹੜੀ ਦੁਰਮਤ ਹੈ, ਦੁਬਦਾ ਹੈ, ਜਿਹੜੀ ਮਨਮਤ ਹੈ, ਉਹ ਭਰਮਤ ਚਤੁਰ ਕੁੰਟ, ਮਨੁੱਖ ਨੂੰ ਚਾਰ ਕੁੰਡਾਂ 'ਚ ਭਰਮਾਉਂਦੀ ਰਹਿੰਦੀ ਆ। ਕਿਤੇ ਉੱਧਰ ਭੱਜਦਾ ਮਨੁੱਖ, ਉੱਧਰ ਭੱਜਦਾ ਹੈ, ਪਰ ਜਦੋਂ ਮਨੁੱਖ ਗੁਰੂ ਦੀ ਮੱਤ ਲੈ ਲੈਂਦਾ ਹੈ ਉਦੋਂ ਟਿਕ ਜਾਂਦਾ ਹੈ। ਜਿਵੇਂ ਹਵਾ ਬੰਦ ਹੋਣ ਦੇ ਨਾਲ ਗੁੱਡੀ ਰੁਕ ਜਾਂਦੀ ਹੈ, ਥੱਲੇ ਆ ਜਾਂਦੀ, ਟਿਕ ਜਾਂਦੀ ਹੈ, ਤੇ ਡੋਰੀ ਦੀ ਜਦੋਂ ਉਹ ਖਤਮ ਹੁੰਦੀ ਹੈ ਅਸਰ ਤੇ ਉਹਦੇ ਨਾਲ ਲਾਟੂ ਰੁਕ ਜਾਂਦਾ ਹੈ, ਤੇ ਜਿਵੇਂ ਸੋਨਾ ਸ਼ੁੱਧ ਹੋ ਕੇ ਡਿੱਗ ਜਾਂਦਾ ਹੈ, ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗੁਰਮਤਿ ਪ੍ਰਾਪਤ ਕਰ ਲਈਦੀ ਹੈ ਉਦੋਂ ਜੀਵਨ ਜਿਹੜਾ ਸ਼ੁੱਧ ਹੋ ਜਾਂਦਾ ਹੈ। ਹੋਰ ਵੀ ਭਾਈ ਗੁਰਦਾਸ ਜੀ ਨੇ ਜਿਹੜਾ ਹੈ ਕਈ ਤਰ੍ਹਾਂ ਦੇ ਆਪਾਂ ਨੂੰ ਕਬਿੱਤ ਦਿੱਤੇ। ਇੱਕ ਕਬਿੱਤ ਬੜਾ ਹੈ, ਆਪਾਂ ਹਰ ਵਾਰੀ ਜ਼ਿਆਦਾ ਪੜ੍ਹਦੇ ਹਾਂ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਕਿ ਜੇ ਗੁਰੂ ਦੇ ਕੋਲ ਇੱਕ ਚਰਨ ਆਪਾਂ ਜਾਂਦੇ ਹਾਂ ਤੇ ਗੁਰੂ ਕਰੋੜਾਂ ਪੈਂਡੇ ਸਾਨੂੰ ਅੱਗੇ ਲੈਣ ਵਾਸਤੇ ਆਉਂਦਾ। ਇੱਕ ਵਾਰ ਸਤਿਗੁਰ ਸਿਮਰਨ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ।
ਇੱਕ ਵਾਰੀ ਗੁਰੂ ਦਾ ਨਾਮ ਜਪਣ ਦੀ ਲੋੜ ਹੈ, ਸਿਮਰਨ ਕਰਨ ਦੀ ਲੋੜ ਹੈ। ਗੁਰੂ ਫਿਰ ਬਾਰੰਬਾਰ ਜਿਹੜਾ ਹੈ ਉਹ ਪਿਆਰ ਬਣਾ ਦਿੰਦਾ ਸਿਮਰਨ ਦੇ ਨਾਲ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਜੇ ਮਨ ਦੇ ਵਿੱਚ ਭਾਵਨਾ ਲਿਆ ਕੇ ਜੇ ਗੁਰੂ ਅੱਗੇ ਇੱਕ ਕੌਡੀ ਦਾ ਮੱਥਾ ਟੇਕਦਾ ਤੇ ਗੁਰੂ ਸਾਰਿਆਂ ਜਗਤ ਦਾ ਖਜ਼ਾਨਾ ਤੁਹਾਨੂੰ ਦਾਨ ਚ ਦੇ ਦੇਵੇਗਾ। ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦੀ ਦਇਆ ਤੇ ਦਇਆ ਦੇ ਖਜ਼ਾਨੇ ਦੀ ਮਹਿਮਾ ਅਗਾਧ ਬੋਧ ਕਹੀ ਨਹੀਂ ਜਾ ਸਕਦੀ। ਗੁਰੂ ਨੂੰ ਨਮੋ ਨਮੋ ਨਮਸਕਾਰ ਹੈ, ਨਮਸਕਾਰ ਨਮਸਕਾਰ ਹੈ, ਨਿਤ ਹੈ ਨਿਤ ਹੈ ਨਿਤ ਹੈ, ਹਰ ਰੋਜ਼ ਨਮਸਕਾਰ ਹੈ ਗੁਰੂ ਨੂੰ। ਸੋ ਇਸੇ ਪ੍ਰਕਾਰ ਸਾਧ ਸੰਗਤ ਹੋਰ ਕਈ ਕਵਿਤ ਨੇ, 554 ਕਵਿਤ ਸਾਨੂੰ ਮਿਲਦੇ ਆ, ਜਿਹਦੇ ਵਿੱਚ ਭਾਈ ਗੁਰਦਾਸ ਜੀ ਨੇ ਬੜੀਆਂ ਸੋਹਣੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਹੈ ਕਿ ਭਾਈ ਇਸ ਤਰ੍ਹਾਂ ਗੁਰੂ ਦੇ ਲੜ ਲੱਗ ਕੇ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ। ਸੋ ਸਾਧ ਸੰਗਤ ਇਹ ਭਾਈ ਗੁਰਦਾਸ ਜੀ ਦਾ ਆਪਾਂ ਜੀਵਨ ਵਿਚਾਰਿਆ ਹੈ ਕਿ ਭਾਈ ਗੁਰਦਾਸ ਜੀ ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਹੋਏ ਆ। ਭਾਈ ਗੁਰਦਾਸ ਜੀ ਨੂੰ ਮਾਣ ਪ੍ਰਾਪਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ। ਭਾਈ ਗੁਰਦਾਸ ਜੀ ਨੇ ਪ੍ਰਚਾਰ ਵੀ ਕੀਤਾ ਹੈ ਸਿੱਖੀ ਦਾ। ਬੜੇ ਮਹਾਨ ਗੁਰਸਿੱਖ ਹਨ ਜਿਨ੍ਹਾਂ ਦੇ ਕੋਲੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਗੁਰੂ ਘਰ ਦੇ ਵਿੱਚ ਨਿਮਰਤਾ, ਬੰਦਗੀ, ਸਿਮਰਨ ਇਹ ਭਾਈ ਗੁਰਦਾਸ ਜੀ ਦੀ ਦੇਣ ਹੈ। ਤੇ ਇਹਦੇ ਨਾਲ ਹੀ ਸਾਧ ਸੰਗਤ ਇੱਕ ਵਾਰੀ ਭਾਈ ਗੁਰਦਾਸ ਜੀ ਜਦੋਂ ਇੱਧਰ ਗਏ ਸੀ ਨਾ ਬਨਾਰਸ ਵਾਲੀ ਸਾਈਡ, ਇੱਥੇ ਸਾਧ ਸੰਗਤ ਇਹਨਾਂ ਦੀ ਇਹ ਹੋਰ ਤੇ ਕੁਛ ਨਹੀਂ, ਇੱਕ ਪੰਡਤਾਂ ਦੇ ਨਾਲ ਵਿਚਾਰ ਚਰਚਾ ਹੋਈ ਸੀ। ਪੰਡਤਾਂ ਨੇ ਕਿਹਾ ਸੀ ਕਿ ਗੁਰਮਤ ਸਿੱਧ ਕਰੋ। ਫਿਰ ਭਾਈ ਗੁਰਦਾਸ ਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਗੁਰਮਤ ਦੇ ਜਿਹੜਾ ਹੈ ਨਾ ਇੱਕ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮੂਲ ਮੰਤਰ ਉਹਦੀ ਵਿਆਖਿਆ ਪੰਡਤਾਂ ਨੂੰ ਰੋਜ਼ ਸੁਣਾਈ। ਐਸੀ ਵਿਆਖਿਆ ਸੁਣਾਈ ਕਿ ਉਹ ਜਿਹੜੀ ਹੈ ਨਾ ਹੋਰ ਬਾਹਰ ਨਹੀਂ ਮਿਲਦੀ ਸਾਨੂੰ ਉਹ ਵਿਆਖਿਆ। ਉਹ ਜਦੋਂ ਤੁਸੀਂ ਕਵੀ ਸੰਤੋਖ ਸਿੰਘ ਜੀ ਦਾ ਗ੍ਰੰਥ ਪੜ੍ਹੋਗੇ ਨਾ, ਜਿਹਨੂੰ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਜਿਹੜਾ ਗ੍ਰੰਥ ਸੂਰਜ ਪ੍ਰਕਾਸ਼ ਜਿਹਨੂੰ ਕਹਿੰਦੇ, ਉਹਦੇ ਵਿੱਚ ਉਹ ਮਿਲਦੀ ਹੈ ਵਿਆਖਿਆ ਕਿ ਭਾਈ ਗੁਰਦਾਸ ਜੀ, ਕਿਉਂਕਿ ਇਤਿਹਾਸ ਹੈ ਉਹ ਸਾਰਾ, ਕਿ ਭਾਈ ਗੁਰਦਾਸ ਜੀ ਜਦੋਂ ਬਨਾਰਸ ਜਾਂਦੇ ਆ ਉੱਥੇ ਪੰਡਤ ਕਹਿੰਦੇ ਆ ਕਿ ਸਾਨੂੰ ਇੱਕ ਓਂਕਾਰ ਦੇ ਅਰਥ ਦੱਸੋ। ਫਿਰ ਭਾਈ ਗੁਰਦਾਸ ਜੀ ਉੱਥੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਉਹਨਾਂ ਨੂੰ ਅਰਥ ਸਮਝਾਉਂਦੇ ਆ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦੇ, ਉਹ ਵੀ ਸਾਨੂੰ ਜਿਹੜਾ ਮਿਲਦੇ ਆ। ਤੇ ਬਾਕੀ ਉਸ ਤੋਂ ਇਲਾਵਾ ਕਵਿਤ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਮਿਲਦੀਆਂ। ਸੋ ਕਹਿਣ ਤੋਂ ਭਾਵ ਕਿ ਇੰਨੀ ਵਿਦਿਆ ਦੇ ਮਾਲਕ ਸਨ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ, ਵਿਆਹ ਤੱਕ ਨਹੀਂ ਕਰਾਇਆ, ਗੁਰੂ ਗੁਰੂ ਕਰਕੇ ਆਪਣੇ ਜੀਵਨ ਨੂੰ ਜਿਹੜਾ ਸਫਲ ਕੀਤਾ। ਤੇ ਇਹ ਨਹੀਂ ਕਿ ਜੇ ਭਾਈ ਗੁਰਦਾਸ ਜੀ ਨੇ ਵਿਆਹ ਨਹੀਂ ਕਰਾਇਆ ਤੇ ਨਾ ਗੁਰੂ ਜਿਹੜਾ ਗ੍ਰਸਥ ਜੀਵਨ ਬਾਰੇ ਮਾੜੀ ਗੱਲ ਕਹੀ ਵੀ ਨਹੀਂ। ਉਹ ਕਹਿੰਦੇ ਗ੍ਰਸਥ ਸਭ ਤੋਂ ਪ੍ਰਧਾਨ ਧਰਮ ਹੈ, ਪਰ ਸਿੱਖੀ ਦੇ ਵਿੱਚ ਜੇ ਕੋਈ ਵਿਆਹ ਨਹੀਂ ਵੀ ਕਰਾਉਣਾ ਚਾਹੁੰਦਾ ਉਹਦੀ ਇੱਛਾ ਹੈ, ਪਰ ਜੇ ਵਿਆਹ ਨਹੀਂ ਕਰਾਉਣਾ ਚਾਹੁੰਦਾ ਪਰ ਉਹ ਫਿਰ ਵੀ ਗੁਰੂ ਗੁਰੂ ਜਪ ਕੇ ਆਪਣਾ ਜੀਵਨ ਬਤੀਤ ਕਰੇ ਤਾਂ ਕਿ ਇਹਨੂੰ ਵਿਕਾਰ ਤੰਗ ਨਾ ਕਰ ਸਕਣ। ਸੋ ਇਹ ਭਾਈ ਗੁਰਦਾਸ ਜੀ ਦਾ ਪਾਵਨ ਜੀਵਨ ਹੈ ਜੋ ਆਪ ਜੀ ਨੇ ਸਰਵਣ ਕੀਤਾ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਾਧ ਸੰਗਤ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।